अस्सलाम वालेकुम। प्रोग्राम सोच प्रचार दे नाल सना मुनीर हाजिर। वुमेंस डे खवातीन दा आलमी दिन। यह दिन 8 मार्च के दिन बड़े जोशो खरोश के नाल पूरी दुनिया च मनाया जाता है। नाजरीन, खवातीन दा आलमी दिन खवातीन दे हकूक ते मसावात दे हवाले नाल आगाही फराहम करता है। अज इस प्रोग्राम में असीं सोच विचार करांगे वुमेंस डे के हवाले नाल। पर सब तो पहले मैं तारुफ करावांगी साढ़े अज के मेहमानों का। मेरी अज की पहली मेहमान ने सलमा भट्ट, ए ने मुस्लिम लीग नून की रहनुमा, जी आया नू। ते मेरी दूजी गेस्ट ने सोफिया बेदार, एक कालम निगार भी ने, शायरा मुसन्नफा भी ने, बड़ी किताबां लिखियां इन्होंने। तो मेरी तीजी गेस्ट ने नरगिस नाहीद, ए ने एडवोकेट हाई कोर्ट ते ए रह चुकी हैं फॉर्मर असिस्टेंट अटॉर्नी जनरल फॉर पाकिस्तान, जी आए नू। तो सब तो पहले सलमा साहब तुहाडे कोलों मैं स्टार्ट करेंगे अज का प्रोग्राम। 8 मार्च का दिन बड़ा जाना माना दिन है, पूरी दुनिया च मनाया जाता है। पाकिस्तान च बड़ी आगाही इस हवाले नाल हो गई है। तो तुसीं की समझदे इस दिन की अहमियत की है, तो किस किस्म के मसाइल खवातीन नूं दरपेश ने? बिल्कुल 8 मार्च जोड़ा है वो आलमी दिन है औरतों का, और ये तो बिल्कुल इसकी अहमियत तो इनकार नहीं किया जा सकता। वो बजाते खुद अपनी वजाहत करे कि सानू आलमी दिन बनाने की जरूरत इतना पई कि सानू बड़ी जरूरत सी कि असी औरतों के मसाइल के हवाले नाल, उन्हां दे हकूक के हवाले नाल एक जिदोजहद शुरू की गई, और जिदा मतलब है कि वो नहीं हो पा रही सन ना औरतों नूं जिहड़ा बहुत ज़्यादा सामना जिन मसाइल का सानू सारिਆਂ ਨੂੰ पता है। उन मसाइल की आगाही भी है, इम्तियाजी सलूक वो बहुत ज़्यादा है। फिर औरतों के अगर मैं पाकिस्तान के हवाले नाल गल करना चाहांगी कि वो जो मैनू लगता है कि औरतों के बड़े बड़े मसलों चो एक है महफूज मोबिलिटी, या जी ट्रांसपोर्टेशन है, या बाहर निकल के औरतें कम करदी हैं उन्होंने जोड़ा ना सानू औरतें जो असीं वर्क फोर्स का हिस्सा बनाने घरों बाहर आंदियां ने औरतें, असीं ये कहने कि बड़ा रिवाज है हुण साडियां खवातीन हर जगह ने, पायलट भी ने, माउंटेनियर भी ने, टीचर्स भी ने, सिविल सर्वेंट भी ने, तुसीं आप माशाअल्लाह। और उसके अलावा जोड़ा ना बहुत सारी जिवें खवातीन सिविल सोसाइटी काम कर रही ने, हर शोबे च औरतें आ चुकियां ने। ਉਹਦੇ ਨਾਲ ਬੜਾ ਯਕੀਨੀ ਬਣਾਉਣਾ ਹੈ ਸਾਨੂੰ ਤਹਫੁਜ਼ ਔਰਤ ਵਾਸਤੇ, ਔਰ ਉਹ ਬਣਾਉਣਾ ਸਾਡੇ ਜਸਟਿਸ ਸਿਸਟਮ ਨੇ ਔਰ ਸਾਡੇ ਤਹਫੁਜ਼ ਦੇਣ ਵਾਲੇ ਇਦਾਰਿਆਂ ਨੇ। ਔਰ ਇਹਦੇ 'ਚ ਬੜਾ ਫੁਕਦਾਨ ਹੈ। ਅਸੀਂ ਹਾਲੀਆ ਤੁਸੀਂ ਸ਼ੁਮਾਰਿਆਤ ਚੁੱਕ ਕੇ ਦੇਖ ਲਓ ਪਾਕਿਸਤਾਨ ਦੇ, ਤੇ ਔਰਤਾਂ ਨੂੰ ਹਰਾਸਾਨੀ ਦਾ ਔਰ ਜਿਨਸੀ ਤਸ਼ੱਦਦ ਕਿਸੇ ਕਿਸਮ ਦਾ ਵੀ ਹੋਏ ਉਹ ਬੁਰਾ ਹੈ, ਇਨਸਾਨਾਂ ਨਾਲ ਹੋਵੇ ਉਹ ਬੁਰਾ ਹੈ। ਲੇਕਿਨ ਮੈਂ ਸਿਰਫ ਇੱਕ ਚੀਜ਼ ਕਹਿਣਾ ਚਾਹੁੰਦੀ ਹਾਂ ਔਰਤਾਂ ਦੇ ਆਲਮੀ ਦਿਨ ਦੇ ਹਵਾਲੇ ਨਾਲ ਕਿ ਇਹ ਗੱਲ ਹੁਣ ਪੂਰੀ ਦੁਨੀਆ 'ਤੇ ਮੰਨੀ ਜਾ ਚੁੱਕੀ ਹੈ ਕਿ ਜਦੋਂ ਇਨਸਾਨ ਜਿਹੜੇ ਨੇ ਉਹ ਕਿਸੇ ਚੀਜ਼ ਕੋਲੋਂ ਜਦੋਂ ਮੁਤਾਸਿਰ ਹੁੰਦੇ ਨੇ ਨਾ, ਉਹਦੇ 'ਚ ਤੁਸੀਂ ਨੈਚੁਰਲ ਕਲਾਈਮੇਟਿਸ ਦੇਖ ਲਓ, ਜਾਂ ਕਲਾਈਮੇਟ ਚੇਂਜ ਦੀ ਵਜੂਹਾਤ ਦੇਖ ਲਓ, ਜਾਂ ਕੋਈ ਹੋਰ ਡਿਜ਼ਾਸਟਰਸ ਦੇਖ ਲਓ, ਤੇ ਔਰਤ ਜਿਹੜੀ ਹੈ ਉਹ ਬਨਿਸਬਤ ਮਰਦਾਂ ਤੇ ਡਬਲ ਮੁਤਾਸਿਰ ਹੁੰਦੀ ਹੈ। ਉਹ ਮੁਤਾਸਿਰ ਵੀ ਤੇ ਫਰਕ ਵੀ ਉਹਨੂੰ ਬਹੁਤ ਪੈਂਦਾ ਹੈ, ਉਹਨੂੰ ਡਬਲ ਪੈਂਦਾ ਜੀ। ਇਸ ਵਾਸਤੇ ਹੁਣ ਅੱਜ ਦਾ ਜਿਹੜਾ ਆਲਮੀ ਦਿਨ ਹੈ 8 ਮਾਰਚ ਦਾ 2023 ਦਾ, ਉਹਦਾ ਤੁਸੀਂ ਵੇਖ ਲਓ ਜਿਹੜਾ ਦੁਨੀਆ ਤੇ ਥੀਮ ਹੈ, ਪੂਰੀ ਦੁਨੀਆ ਦਾ ਗਲੋਬਲ ਥੀਮ ਹੈ, ਉਹ ਹੈ ਵੀ ਆਈ ਕਿ ਔਰਤ ਨੂੰ ਐਮਬਰੇਸ ਇਕੁਇਟੀ, ਕਿ ਔਰਤ ਜਿਹੜੀ ਉਹ ਹੁਣ ਇਕੁਐਲਿਟੀ ਦੀ ਗੱਲ ਨਹੀਂ ਰਹੀ, ਹੁਣ ਅਸੀਂ ਕਹਿੰਦੇ ਤਾਂ ਬਰਾਬਰੀ ਮਸਾਵਾਤ ਦੀ ਗੱਲ ਕਰਦੇ ਨੇ। ਔਰਤ ਨੂੰ ਬਰਾਬਰੀ ਨਹੀਂ ਚਾਹੀਦੀ, ਔਰਤ ਨੂੰ ਇਕੁਇਟੀ ਚਾਹੀਦੀ ਹੈ। ਇਕੁਇਟੀ ਔਰ ਬਰਾਬਰੀ ਥੋੜਾ ਜਿਹਾ ਇੱਕ ਬਾਰੀਕ ਜੀ ਇੱਕ ਫਰਕ ਹੈ। ਫਿਰ ਦੂਸਰੀ ਚੀਜ਼ ਮੈਂ ਮੈਂਸ਼ਨ ਕਰਨਾ ਚਾਹਾਂਗੀ ਕਿ ਇੱਕ ਤਸ਼ੱਦਦ ਕਿਸੇ ਵੀ ਕਿਸਮ ਦਾ ਹੋਵੇ ਉਹ ਬੁਰਾ ਹੈ। ਫਿਰ ਉਹਦੇ 'ਚ ਘਰੇਲੂ ਤਸ਼ੱਦਦ ਵੀ ਆ ਜਾਂਦਾ ਹੈ, ਫਿਰ ਔਰ ਇਮਤਿਆਜ਼ੀ ਸਲੂਕ ਵੀ ਦੀ ਬਹੁਤ ਬਾਰੀਕ ਹੈ। ਸਾਡਾ ਇੱਕ ਹੋਰ ਮਸਲਾ ਹੈ ਸਾਡੇ ਜਿਹੜੇ ਜਿਸ ਕਹਿੰਦੇ ਸਟਰਕਚਰਸ, ਸਾਡੇ ਸਟਰਕਚਰ ਵਿੱਚ ਇਮਤਿਆਜ਼ ਹੈ ਔਰਤ ਦੇ ਨਾਲ। ਅੱਛਾ ਸੋਫੀ ਸਾਹਿਬ, ਤੁਸੀਂ ਕੀ ਕਹੋਗੇ ਨੇ? ਤੁਸੀਂ ਅਗਰ ਮੈਂ ਗੱਲ ਨਹੀਂ ਅੱਗੇ ਵਧਾਉਂਦੀ ਹਾਂ ਕਿ ਇਮਤਿਆਜ਼ੀ ਸਲੂਕ ਵੀ ਹੋ ਰਿਹਾ ਹੈ, ਤੁਹਾਡਾ ਕੀ ਰਾਏ ਹੈ ਇਸ ਬਾਰੇ? ਮੈਂ ਸਮਝਦੀ ਹਾਂ ਕਿ ਇਹਨੂੰ ਅਸੀਂ ਲੌਜੀਕਲ ਤਰੀਕੇ ਨਾਲ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਦੋ ਹਿੱਸਿਆਂ 'ਚ ਅਸੀਂ ਅਗਰ ਔਰਤ ਦੀ ਜ਼ਿੰਦਗੀ ਨੂੰ ਵੰਡਨੇ ਆ, ਬਲਕਿ ਇਨਸਾਨ ਦੀ ਜ਼ਿੰਦਗੀ ਨੂੰ, ਕਿ ਇੱਕ ਉਹਦੀ ਸਮਾਜੀ ਜ਼ਿੰਦਗੀ ਹੈ ਜਿਹਦੇ 'ਚ ਉਹ ਸਮਾਜੀ ਕਿਰਦਾਰ ਅਦਾ ਕਰ ਰਿਹਾ ਹੈ, ਔਰ ਦੂਜੀ ਉਹਦੀ ਜਿਹੜੀ ਉਹਦਾ ਪੇਸ਼ਾ ਹੈ ਜਿੱਥੇ ਉਹ ਆਪਣੀ ਦੁਕਾਨ ਖੋਲ੍ਹ ਕੇ ਬੈਠਾ ਹੈ ਜਾਂ ਆਪਣੇ ਦਫ਼ਤਰ ਦੇ ਵਿੱਚ ਬੈਠਾ ਹੈ। ਇਹਨਾਂ ਦੋ ਦੇ ਉੱਤੇ ਇੱਕ ਉਹਦਾ ਡਿਫਰੈਂਟ ਰੋਲ ਹੈ। ਸਹੀ ਸਮਾਜੀ ਸਤ੍ਹਾ 'ਤੇ ਜਿਸ ਤਰ੍ਹਾਂ ਮੁਹਤਰਮਾ ਨੇ ਕਿਹਾ ਕਿ ਇਹ ਸਾਰੇ ਡਿਸਕ੍ਰਿਮੀਨੇਸ਼ਨਸ ਜਾਰੀ ਨੇ, ਔਰ ਔਰਤਾਂ ਨੇ ਉਹ ਬੈਰੀਅਰਸ ਸਮਹਾਉ ਤਸਲੀਮ ਕੀਤੇ ਹੋਏ ਨੇ, ਔਰ ਉਹਨਾਂ ਦੇ ਉੱਤੇ ਉਹਨਾਂ ਨੂੰ ਮੁਤਜਾਵਜ਼ ਕਹਿੰਦੇ ਨੇ। ਮਸਲਨ ਸਮਾਜੀ ਜਦੋਂ ਅਸੀਂ ਮਸਾਇਲ ਦੀ ਉਹਨਾਂ ਦੀ ਗੱਲ ਕਰਨੇ ਆ ਤੇ ਅਸੀਂ ਹਮੇਸ਼ਾ ਕਹਿੰਦੇ ਆ ਕਿ ਇਹਨੂੰ ਤਲਾਕ ਹੋ ਗਈ ਔਰਤ ਨੂੰ, ਮਰਦ ਨੂੰ ਕਦੀ ਨਹੀਂ ਕਹਿੰਦੇ। ਮਰਦ ਨੂੰ ਮੁਤਲਕਾ ਕਿਉਂ ਨਹੀਂ ਕਹਿੰਦੇ? ਔਰ ਯਾਨੀ ਕਿ ਉਹਦੇ ਵਾਸਤੇ ਉਹ ਚੀਜ਼ ਤਾਨਾ ਨਹੀਂ ਹੈ ਜਿਹੜੀ ਔਰਤ ਵਾਸਤੇ। ਜਦ ਕਿ ਅਸੀਂ ਹਮਾਗੀਰ ਆਪਣੇ ਜਿਹੜੇ ਮਜ਼ਹਬ ਦੀ ਗੱਲ ਕਰਨੇ ਆ ਤੇ ਉੱਥੇ ਜਿਨੋਂ ਇੰਸ ਨੂੰ ਇਕੱਠਾ ਮੁਖਾਤਬ ਕੀਤਾ ਗਿਆ, ਤਮਾਮ ਮਖਲੂਕਾਤ ਨੂੰ ਕੀਤਾ ਗਿਆ, ਉਹਦੇ 'ਚ ਔਰਤਾਂ ਨੇ ਮਰਦ ਨੇ, ਤਾਜ਼ੀਰਾਤ ਸੇਮ ਨੇ, ਉਹਨਾਂ ਦੇ ਉੱਤੇ ਸਵਾਬ ਸੇਮ ਹੈ, ਉਹਨਾਂ ਨੂੰ ਕੋਈ ਇੱਕ ਦੂਜੇ 'ਤੇ ਕੋਈ ਫਜ਼ੀਲਤ ਨਹੀਂ ਹੈ ਕਿਰਦਾਰ ਦੇ ਹਵਾਲੇ ਨਾਲ। ਬਿਲਕੁਲ। ਤੇ ਫਿਰ ਬਾਕੀ ਉਹਨਾਂ ਦੇ ਜਿਹੜੇ ਫੈਮਿਲੀ ਰੋਲਸ ਆ ਜਾਂਦੇ ਨੇ ਉਹ ਅਲੱਗ-ਅਲੱਗ ਨੇ। ਉਹਦੇ ਵਿੱਚ ਉਹਨਾਂ ਨੂੰ ਆਪਣਾ ਆਪਣਾ ਰੋਲ ਅਦਾ ਕਰਨਾ, ਔਰ ਇੱਕ ਦੂਜੇ ਦੇ ਰੋਲ ਦੇ ਵਿੱਚ ਐਂਟਰ ਨਹੀਂ ਹੋਣਾ। ਸਭ ਤੋਂ ਜਿਹੜੀ ਸਮਾਜੀ ਕਿਰਦਾਰ ਦੇ ਵਿੱਚ ਉਹਨਾਂ ਲਈ ਪ੍ਰੋਬਲਮ ਹੈ ਔਰਤਾਂ ਵਾਸਤੇ
ਕਿ ਔਰਤਾਂ ਨੇ ਖੁਦ ਹੀ ਉਹਨੂੰ ਤੋੜਨਾ ਹੈ ਕਿ ਉਹਨਾਂ ਨੇ ਜਿਹੜੀ ਕਰੈਕਟਰ ਸਰਟੀਫਿਕੇਟ ਮਰਦਾਂ ਕੋਲੋਂ ਲੈਣਾ ਸ਼ੁਰੂ ਕਰਤਾ ਹੋਇਆ ਆਹੋ ਕਿ ਉਹ ਉਹਨੂੰ ਬਦਕਿਰਦਾਰ ਕਹਿ ਦਿੰਦੇ ਨੇ, ਯਾਨੀ ਕਿ ਜਿੱਥੇ ਮਰਦ ਕੋਲ ਕੋਈ ਦਲੀਲ ਨਹੀਂ ਹੁੰਦੀ ਉੱਥੇ ਔਰਤ ਨੂੰ ਬਦਕਿਰਦਾਰੀ ਦਾ ਤਾਨਾ ਦੇ ਕੇ ਤੇ ਉਹਦੇ ਪੈਰ ਢੱਕ ਦਿੱਤੇ ਜਾਂਦੇ ਨੇ, ਉਹਦੀ ਤਰੱਕੀ ਨੂੰ ਰੋਕ ਤੇ ਦਿੱਤਾ ਫਿਰ ਜਾਂਦਾ ਹੈ। ਬਾਕੀ society ਵੀ ਤੇ ਫਿਰ ਇੰਝ ਉਹ ਹੋ ਬਦਕਿਰਦਾਰੀ ਜਾਂਦੀ ਕੀ ਹੈ ਉਹਦੀ ਕੋਈ ਡੈਫੀਨੇਸ਼ਨ ਨਹੀਂ ਹੈ। ਦੂਜਾ ਆ ਗਿਆ ਕਿ ਜਿਹੜਾ ਸਾਡੇ ਪੇਸ਼ੇ ਨੇ, ਸਾਡੇ ਕੰਮ ਨੇ ਜਿਨ੍ਹਾਂ ਦੇ ਵਿੱਚ ਅਸੀਂ ਆ ਕੇ ਬੈਠਨੇ ਆ, ਜੀ। ਤੇ ਇਹ ਜਿਹੜੀ ਸੀਟ ਹੈ ਇਹ ਨਾ ਔਰਤ ਹੁੰਦੀ ਹੈ ਨਾ ਮਰਦ ਹੁੰਦੀ ਹੈ। ਜਦੋਂ ਮੈਂ ਸ਼ੁਰੂ ਚ ਨੌਕਰੀ ਸ਼ੁਰੂ ਕੀਤੀ ਸੀ ਤੇ ਉਦੋਂ ਮੀਟਿੰਗਸ ਦੇ ਵਿੱਚ ਸਾਰੇ ਮਰਦ ਹੀ ਮਰਦ ਹੁੰਦੇ ਸਨ ਤੇ ਮੈਂ ਕੱਲੀ ਹੁੰਦੀ ਸਾਂ ਤਕਰੀਬਨ ਐਡਮਿਨਿਸਟ੍ਰੇਸ਼ਨ ਦੀ ਮੀਟਿੰਗਸ 'ਚ, ਔਰ ਜਾਂ ਇੱਕ ਅੱਧੀ ਹੋਰ ਕੋਈ ਔਰਤ ਹੁੰਦੀ ਸੀ। ਤੇ ਹੁਣ ਜਦੋਂ ਮੈਂ ਜਾਂਦੀ ਹਾਂ ਤਾਂ ਮੈਨੂੰ ਇੰਨੀ ਖੁਸ਼ੀ ਹੁੰਦੀ ਹੈ, ਇਤਨੀਆਂ ਲੜਕੀਆਂ ਬੈਠੀਆਂ ਹੁੰਦੀਆਂ ਨੇ ਕਿ ਉਦੋਂ ਇਬਤਦਾ ਦੇ ਵਿੱਚ ਮੀਟਿੰਗਸ ਖਤਮ ਹੁੰਦੀਆਂ ਸਨ ਤੇ ਜਾਣਬੁੱਝ ਕੇ ਲਤੀਫੇਬਾਜ਼ੀ ਮਰਦ ਕਰਦੇ ਸਨ ਤੇ ਉਹਨਾਂ ਨੂੰ ਸਨਬ ਕਰਨ ਲਈ ਤੁਸੀਂ ਸ਼ਾਦੀਆਂ ਵੀ ਕਰੋ, ਬੱਚੇ ਵੀ ਪੈਦਾ ਕਰੋ, ਮੁਦੱਬਰ ਔਰਤ ਬਣੋ, ਮੁਦੱਬਰ ਸੀਟ ਦੇ ਉੱਤੇ ਹੋ ਕੇ ਬੈਠੋ, ਕੋਈ ਲੋੜ ਨਹੀਂ ਕਿਸੇ ਤੋਂ ਡਰਨ ਦੀ, ਝਕਣ ਦੀ। ਨਕਾਹ ਨੂੰ ਵੀ ਆਪਣੀ ਤਾਕਤ ਬਣਾਓ, ਇਹਨੂੰ ਆਪਣੀ ਵੀਕਨੈਸ ਨਾ ਬਣਾਓ। ਮਾਂ ਬਣਨਾ ਇਤਨਾ ਬੜਾ ਇਜ਼ਾਜ਼ ਮਿਲ ਗਿਆ ਹੋਇਆ ਹੈ, ਉਸ ਤੋਂ ਬਾਅਦ ਕੋਈ ਜ਼ਰੂਰਤ ਨਹੀਂ, ਇਤਨੀ ਤਾਕਤ ਹੈ ਤੁਹਾਡੇ ਅੰਦਰ। ਹੁਣ ਤੇ ਖੈਰ ਮੈਂ ਮਰਦਾਂ ਦੇ ਮੁਸਤਕਬਲ ਤੋਂ ਖਾਇਫ ਹਾਂ ਕਿ ਉਹਨਾਂ ਦਾ ਕੀ ਬਣੇਗਾ। ਜਿੱਥੇ ਮੈਂ ਜਾਂਦੀ ਹਾਂ ਔਰਤਾਂ ਹੈ, ਇਸ ਵਕਤ ਨੇ, ਸਹੀ ਗੱਲ ਹੈ, ਐਂਕਰ ਵੀ ਖਾਤੂਨ ਹੈ, ਪ੍ਰੋਡਿਊਸਰ ਵੀ ਖਾਤੂਨ ਹੈ, ਅਸੀਂ ਵੀ ਸਾਰੀਆਂ ਖਵਾਤੀਨ ਬੈਠੀਆਂ, ਲੇਕਿਨ ਸਾਡਾ ਮੱਥਾ ਨਹੀਂ ਹੈ ਮਰਦਾਂ ਦੇ ਨਾਲ। ਅਸੀਂ ਆਪਣੇ ਹਿੱਸੇ ਦੀ ਜਿੱਦੋਜਹਿਦ ਕਰ ਰਹੇ ਹਾਂ, ਅਸੀਂ ਮਰਦਾਂ ਨੂੰ ਹਰਾਣਾ ਨਹੀਂ ਚਾਹੁੰਦੇ। ਨਹੀਂ, ਬਹੁਤ ਚੰਗੀ ਗੱਲ ਕੀਤੀ। ਅੱਛਾ ਨਗੇ ਸਾਹਿਬਾ, ਤੁਸੀਂ ਐਡਵੋਕੇਟ ਹੋ, ਮੈਨੂੰ ਦੱਸੋ ਕਿ ਕਿਸ ਕਿਸਮ ਦੇ ਕਾਨੂੰਨ ਕਾਨੂੰਨ ਮੌਜੂਦ ਨੇ ਖਵਾਤੀਨ ਦੇ ਤਹੱਫੁਜ਼ ਤੇ ਪ੍ਰੋਟੈਕਸ਼ਨ ਦੇ ਉੱਤੇ ਤੇ ਹਰਾਸਮੈਂਟ ਦੇ ਉੱਤੇ? ਬਹੁਤ ਸ਼ੁਕਰੀਆ, ਸਭ ਤੋਂ ਪਹਿਲਾਂ ਤੇ ਬਹੁਤ ਸ਼ੁਕਰੀਆ ਤੁਸੀਂ ਐਡੇ ਅਹਿਮ ਦਿਨ ਦੇ ਉੱਤੇ ਮੈਨੂੰ ਗੱਲ ਕਰਨ ਦਾ ਮੌਕਾ ਦਿੱਤਾ। ਔਰ ਮੈਂ ਤੇ ਵੈਸੇ ਜ਼ਾਤੀ ਤੌਰ ਤੇ ਸਮਝਦੀ ਹਾਂ ਕਿ 8 ਮਾਰਚ ਕਿਉਂ, ਹਰ ਦਿਨ ਹੀ ਔਰਤ ਦਾ ਦਿਨ ਹੋਣਾ ਚਾਹੀਦਾ, ਕਿਉਂਕਿ ਮੈਂ ਨਹੀਂ ਸਮਝਦੀ ਕਿ ਘਰ ਦੇ ਵਿੱਚੋਂ ਕੋਈ ਵੀ ਮਰਦ ਜਦੋਂ ਬਾਹਰ ਆਂਦਾ ਹੈ, ਭਾਵੇਂ ਉਹ ਪੁੱਤਰ ਹੈ ਤੇ ਭਾਵੇਂ ਉਹ ਭਰਾ ਹੈ ਤੇ ਭਾਵੇਂ ਉਹ ਖਾਵਾਂ ਦੇ ਬੇਟਾ ਹੈ, ਉਹ ਕਿਸੇ ਵੀ ਖਾਤੂਨ ਦੀ ਸ਼ਫਕਤ ਮੁਹੱਬਤ ਉਹਦੇ ਬਗੈਰ ਬਾਹਰ ਆ ਜਾਂਦਾ ਹੈ। ਉਹ ਖਵਾਤੀਨ ਨੇ ਬੜਾ ਜ਼ਿਆਦਾ ਉਹਨਾਂ ਦੇ ਨਾਲ ਇੱਕ ਟਾਈਮ ਵੀ ਗੁਜ਼ਾਰਿਆ ਹੈ ਤੇ ਬਾਕੀ ਇਹ ਕਿ ਉਹਨਾਂ ਦਾ ਰੋਲ ਵੀ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ। ਲੇਕਿਨ ਬੜੀ ਖੂਬਸੂਰਤ ਗੱਲ ਕੀਤੀ ਹੈ ਮੈਡਮ ਭੱਟ ਸਾਹਿਬਾ ਨੇ, ਜਿਸ ਤਰ੍ਹਾਂ ਕਿਹਾ ਕਿ ਇਕੁਇਟੀ, ਇਹ ਬੜਾ ਅੱਛਾ ਲਫ਼ਜ਼ ਇਹਨਾਂ ਨੇ ਬੋਲਿਆ, ਇਹ ਸਾਡੇ ਲਾਅ ਦਾ ਲਫ਼ਜ਼ ਹੈ ਐਕਚੁਅਲੀ। ਉਹਦਾ ਮਤਲਬ ਅਸੂਲੇ ਨਿਸਬਤ ਹੈ, ਯਾਨੀ ਤੁਸੀਂ ਇਨਸਾਫ ਕਰਨਾ ਹੈ। ਔਰ ਮੈਡਮ ਸੋਭੀਆ ਬੇਦਾਰ ਸਾਹਿਬਾ ਨੇ ਜਿਹੜੀ ਗੱਲ ਕੀਤੀ ਹੈ, ਇਹਨਾਂ ਨੇ ਕਿਹਾ ਨਾ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਤੁਸੀਂ ਉਹਦੇ ਕੋਲ ਸੁਪੀਰੀਅਰ ਕਰਦੇ ਹੋ ਜਾਂ ਸਾਨੂੰ ਤੁਸੀਂ ਬਿਲਕੁਲ ਅਸੀਂ ਸਾਡੀ ਹੈ ਵੀ ਨਹੀਂ, ਇਹ ਗੱਲ ਨਹੀਂ ਹੈਗੀ। ਅਸੀਂ ਇਹ ਕਹਿੰਦੇ ਆ ਕਿ ਜਿਹੜੇ ਐਟਮੋਸਫੇਅਰ ਦੇ ਵਿੱਚ ਅਸੀਂ ਆ, ਸਾਨੂੰ ਉੱਥੇ ਤਹਫਜ਼ ਹੋਵੇ ਔਰ ਅਸੀਂ ਉੱਥੇ ਆਪਣੇ ਆਪ ਨੂੰ ਔਕਵਰਡ ਫੀਲ ਨਾ ਕਰੀਏ, ਅਜੀਬ ਮਹਿਸੂਸ ਨਾ ਕਰੀਏ ਤੇ ਲੈਫਟ ਆਊਟ ਫੀਲ ਨਾ ਕਰੀਏ ਕਿ ਅਸੀਂ ਮੁਖਤਲਿਫ ਨੇ, ਕਿ ਅਸੀਂ ਖਵਾਤੀਨ ਇਸ ਲਈ ਸਾਡੇ ਨਾਲ ਸਲੂਕ ਇਸ ਤਰ੍ਹਾਂ ਦਾ ਕੀਤਾ ਜਾ ਰਿਹਾ ਹੈ, ਜਿਹੜਾ ਕਿ ਕੀਤਾ ਜਾਂਦਾ ਹੈ। ਤਾਲੀਮ ਜਿਹੜੀ ਹੈ ਇਹ ਅੱਲਾਹ ਨੇ ਕਿਹਾ ਹੈ ਕਿ ਔਰਤ ਤੇ ਮਰਦ ਦੋਨਾਂ ਤੇ ਫਰਜ਼ ਹੈ। ਬਿਲਕੁਲ, ਜਦੋਂ ਮੈਡਮ ਤਾਲੀਮ ਦੋਵਾਂ ਤੇ ਫਰਜ਼ ਹੈ ਤਾਂ ਉਹਦੀ ਇੰਪਲੀਮੈਂਟੇਸ਼ਨ ਚ ਕੀ ਪ੍ਰੋਬਲਮ ਹੈ? ਬਿਲਕੁਲ ਉਹਦੇ ਤੇ ਅਮਲ ਕਰਨ ਚ ਕੀ ਪ੍ਰੋਬਲਮ ਹੈ? ਕਿ ਮਰਦ ਆਪਣੇ ਤਾਲੀਮ ਨੂੰ ਯੂਟਿਲਾਈਜ਼ ਕਰ ਸਕਦਾ ਹੈ, ਇਸਤੇਮਾਲ ਕਰ ਸਕਦਾ ਹੈ, ਉਹਦੇ ਜ਼ਰੀਏ ਪੈਸੇ ਵੀ ਕਮਾ ਸਕਦਾ ਹੈ, ਮੁਆਸ਼ਰੇ ਚ ਉਹੀ ਗੱਲ ਸਾਡੇ ਉੱਤੇ ਵੀ ਇੰਪਲੀਮੈਂਟ, ਅਸੀਂ ਵੀ ਤਾਲੀਮ ਹਾਸਿਲ ਕਰ ਸਕਦੀ ਹਾਂ, ਖਵਾਤੀਨ ਪੜ੍ਹ ਵੀ ਸਕਦੀਆਂ ਨੇ, ਅਸੀਂ ਵੀ ਉਹ ਸਾਰੇ ਕੰਮ ਕਰ ਸਕਦੇ ਹਾਂ। ਲੇਕਿਨ ਮੈਂ ਇਹ ਸਮਝਦੀ ਹਾਂ ਕਿ ਔਰਤ ਤੇ ਬਲਕਿ ਖੁਦ ਹੀ ਇੱਕ ਇਤਨੀ ਅੱਛੀ, ਮੈਂ ਸਮਝਦੀ ਅੱਲਾਹ ਨੇ ਮਖਲੂਕ ਪੈਦਾ ਕੀਤੀ ਹੈ ਕਿ ਉਹ ਆਪ ਹੀ ਆਪਣੇ ਆਪ ਨੂੰ ਯਕੀਨ ਕਰੋ ਬੜੀਆਂ ਚੀਜ਼ਾਂ ਤੋਂ ਵਿਡਰਾ ਕਰ ਲੈਂਦੀ, ਪਿੱਛੇ ਕਰ ਲੈਂਦੀ, ਉਹ ਚਾਹੁੰਦੀ ਹੋਇਆ ਵੀ। ਹਾਲਾਂਕਿ ਮੈਂ ਦੇਖਿਆ ਘਰ ਦੇ ਅੰਦਰ ਨਾ, ਜੇ ਕੋਈ ਬੱਚਾ ਬਿਮਾਰ ਹੋਵੇ ਨਾ ਤੇ ਛੁੱਟੀ ਮਰਦ ਨੂੰ ਨਹੀਂ ਔਰਤ ਨੂੰ ਕਰਨੀ ਪੈਂਦੀ ਹੈ। ਬਿਲਕੁਲ, ਉਹ ਹਮੇਸ਼ਾ ਇਹ ਕੁਰਬਾਨੀ ਦਿੰਦੀ ਹੈ ਔਰਤ ਦੀ, ਤੇ ਇਹ ਗੱਲ ਹੈ। ਅੱਛਾ, ਫਿਰ ਅੱਗੇ ਜਾ ਕੇ ਤੁਸੀਂ ਦੇਖ ਲਓ, ਕਿਉਂਕਿ ਮੈਂ ਲਾਇਰ ਹਾਂ ਔਰ ਵੈਸੇ, ਲੇਕਿਨ ਮੈਂ ਹੁਣ ਇਹ ਦੱਸਾਂ ਕਿ ਸ਼ੋਭਾ ਵਕਾਲਤ ਤੁਸੀਂ ਵੇਖੋ ਨਾ, ਪਹਿਲਾਂ ਚੀਦਾ ਖਵਾਤੀਨ ਸੀ, ਮੈਂ ਅੱਜ ਵੀ ਉਹਨਾਂ ਦਾ ਨਾਂ ਲੈਂਦੀ ਹਾਂ। ਮੈਡਮ ਫਖਰੁਨਿਸਾ ਖੋਖਰ ਸੀ, ਮੈਡਮ ਆਸਮਾ ਜਹਾਂਗੀਰ ਸੀ, ਔਰ ਹੁਣ ਅੱਲਾ ਉਹਨਾਂ ਨੂੰ ਗਰੀਕੇ ਰਹਿਮਤ ਕਰੇ। ਔਰ ਇਹ ਮੈਡਮ ਸਾਡੀ ਉਹ ਨਾਸਰਾ ਜਾਵੇਦ ਇਕਬਾਲ ਨੇ, ਇਹ ਕੰਮ ਬਹੁਤ ਅੱਛੇ, ਇਹ ਜਸਟਿਸ ਵੀ ਰਹੇ ਨੇ, ਤੁਸੀਂ ਵੇਖੋ ਇਹ ਬਹੁਤ ਵੱਡੇ ਵੱਡੇ ਅਹੁਦਿਆਂ ਤੇ ਰਹੇ ਨੇ, ਸਦਾਰਤਾਂ ਇਹਨਾਂ ਨੇ ਕੀਤੀਆਂ। ਲੇਕਿਨ ਇਹ ਹੈ ਕਿ ਹੁਣ ਬਹੁਤ ਜ਼ਿਆਦਾ ਖਵਾਤੀਨ ਵਕਾਲਤ 'ਚ ਵੀ ਆ ਰਹੀਆਂ ਨੇ ਔਰ ਬੜੀਆਂ ਕਾਬਿਲ ਬੱਚੀਆਂ ਮੈਂ ਦੇਖਿਆ ਕਿ ਉਹ ਬੜਾ ਅੱਛਾ ਪੜ੍ਹ ਕੇ ਆਉਂਦੀਆਂ ਨੇ ਔਰ ਜਾ ਕੇ ਬੜਾ ਅੱਛਾ ਆਪਣਾ ਕੇਸ ਪਲੀਡ ਵੀ ਕਰਦੀਆਂ ਨੇ। ਤੇ ਜਦੋਂ ਤੁਸੀਂ ਵੇਖੋ ਕਿ ਇੰਨੀ ਕਾਬਲੀਅਤ ਇੱਕ ਔਰਤ 'ਚ ਹੁੰਦੀ ਹੈ ਤੇ ਤੁਸੀਂ ਉਹਨਾਂ ਨੂੰ ਜਾਇਜ਼ ਮਕਾਮ ਦੇਣ 'ਚ ਤੁਹਾਨੂੰ ਕੀ ਪ੍ਰੋਬਲਮ ਹੈ? ਇਹਨਾਂ ਕੋਲ ਪੁੱਛਦੇ ਨੇ ਨਾ ਕਿ ਤੁਸੀਂ, ਤੁਹਾਡਾ ਤਾਲੁਕ ਸਿਆਸਤ ਵਿੱਚ ਹੈ, ਬਹੁਤ ਸਾਰੀ ਖਵਾਤੀਨ ਆ ਰਹੀਆਂ ਪੋਲਿਟਿਕਸ ਵਿੱਚ, ਤੁਸੀਂ ਕੀ ਸਮਝਦੇ ਹੋ ਕਿਸ ਕਿਸਮ ਦੇ ਮਸਾਇਲ ਫੇਸ ਕਰਦੀਆਂ ਨੇ ਖਵਾਤੀਨ? ਬਿੱਲ ਵਗੈਰਾ ਆਉਂਦੇ ਸਨ ਜੀ, ਬਿਲਕੁਲ ਲੈਜਿਸਲੇਸ਼ਨ ਬਿਲਕੁਲ ਮਾਜ਼ੀ 'ਚ ਹੁੰਦੀ ਰਹੀ ਹੈ। ਜਦੋਂ ਪੰਜਾਬ ਦੇ ਹਵਾਲੇ ਨਾਲ ਅਗਰ ਮੈਂ ਗੱਲ ਕਰਾਂ ਤੇ 2008 ਤੋਂ ਲੈ ਕੇ 2018 ਤੱਕ 10 ਸਾਲ ਤੱਕ ਮੁਸਲਿਮ ਲੀਗ ਨੂਨ ਦੀ ਹਕੂਮਤ ਸੀ, ਉਹਦੇ 'ਚ ਕਾਫੀ ਅਸੀਂ ਦੇਖੀਆਂ ਲੈਜਿਸਲੇਸ਼ਨ ਹੋਈ, ਜਿਹੜਾ ਉਹ ਵਾਇਲੈਂਸ ਅਗੇਂਸਟ ਵੂਮਨ ਤੇ ਆਇਆ, ਬਿੱਲ ਪਾਸ ਹੋਇਆ। ਫਿਰ ਉਹ ਜਿਹੜਾ ਵਾਇਲੈਂਸ ਅਗੇਂਸਟ ਵੂਮਨ ਸੈਂਟਰ ਵੀ ਬਣਿਆ ਮੁਲਤਾਨ ਵਿੱਚ, ਖਵਾਤੀਨ ਦਾ ਪਹਿਲਾ,
ਔਰ ਬੜਾ ਅੱਛਾ ਚੱਲ ਰਿਹਾ ਸੀ ਉਹ ਅੰਡਰ ਵਨ ਰੂਫ ਜਿਹੜਾ ਤੁਹਾਨੂੰ ਬਹੁਤ ਮਿਲ ਰਿਹਾ ਸੀ, ਇਨਸਾਫ ਵੀ ਮਿਲ ਰਿਹਾ ਸੀ, ਪੁਲਿਸ ਵੀ ਮਿਲ ਰਹੀ ਸੀ, ਤਹਫੁਜ਼ ਵੀ ਮਿਲ ਰਿਹਾ ਸੀ, ਔਰ ਉੱਥੇ ਡਾਕਟਰ ਵੀ ਸਨ, ਸਾਈਕੋਲੋਜਿਸਟ ਸਨ, ਰੀਹੈਬ ਵੀ ਸੀ। ਇੱਕ ਬੜੀ ਅੱਛੀ ਯੂਨਿਟ ਬਣਾਏਗੀ ਉਹ, ਉਹਨੂੰ ਹੀ ਰੈਪਲੀਕੇਟ ਕਰਨ ਦਾ ਇੱਕ ਇਰਾਦਾ ਸੀ ਕਿ ਪੂਰੇ ਸੂਬੇ 'ਚ ਉਹਨੂੰ ਪਹੁੰਚਾਇਆ ਜਾਏ, ਡਿਵੀਜ਼ਨਲ ਲੈਵਲ 'ਤੇ, ਡਿਸਟ੍ਰਿਕਟ ਲੈਵਲ 'ਤੇ ਲੈ ਕੇ ਆਇਆ ਜਾਏ। ਔਰ ਵੀ ਜਿਹੜੀ ਹੈ ਫਿਰ ਕਾਫੀ ਔਰਤਾਂ ਦੇ ਤਸ਼ੱਦਦ ਦੇ ਹਵਾਲੇ ਨਾਲ ਕਾਫੀ ਕੰਮ ਕੀਤਾ। ਫਿਰ ਔਰਤਾਂ ਦੀ ਮੋਬਿਲਿਟੀ ਦੇ ਹਵਾਲੇ ਨਾਲ ਜਿਵੇਂ ਪਿੰਕ ਸਕੂਟੀ ਦਾ ਰਿਵਾਜ ਆਇਆ, ਫਿਰ ਜਿਵੇਂ ਮਤਲਬ ਕਿ ਔਰਤਾਂ ਜਿਹੜੀ ਬਾਈਕ ਚਲਾਉਣ, ਪਿੰਕ ਸਕੂਟੀ ਚਲਾਉਣ, ਬੜਾ ਅੱਛਾ ਟ੍ਰੈਂਡ ਸੀ ਉਹ, ਉਹਨੂੰ ਅੱਗੇ ਜਾਣਾ ਚਾਹੀਦਾ ਸੀ, ਉਹਨੂੰ ਵਧਣਾ ਚਾਹੀਦਾ ਸੀ। ਉਹਦੇ 'ਚ ਔਰਤਾਂ ਦੀ ਮੋਬਿਲਿਟੀ ਬੜੀ ਯਾਨੀ ਕਿ ਖਵਾਤੀਨ ਨੂੰ ਡਿਪੈਂਡੈਂਟ ਨਹੀਂ ਹੋਣਾ ਪੈਂਦਾ ਨਾ, ਇੰਡੀਪੈਂਡੈਂਸ ਸਨ ਵੱਲ ਜਾ ਰਹੀਆਂ ਸਨ ਖਵਾਤੀਨ। ਐਸੇ ਬਹੁਤ ਸਾਰੇ ਇਨੀਸ਼ੀਏਟਿਵ ਸਨ, ਜਿਵੇਂ ਫਿਰ ਉਹ ਚਾਰਟਰ 2 ਦਫਾ ਦਿੱਤੇ, ਇੱਕ ਦਫਾ 2010 ਵਿੱਚ ਪੰਜਾਬ ਗਵਰਨਮੈਂਟ ਨੇ, ਇੱਕ ਦਫਾ 2014 ਵਿੱਚ ਦਿੱਤਾ ਵੂਮਨ ਐਮਪਾਵਰਮੈਂਟ ਚਾਰਟਰ, ਉਹਦੇ 'ਚ ਦਿੱਤੇ ਜਿਹੜੇ ਐਮਪਾਵਰਮੈਂਟ ਦੇ ਜਿਹੜੇ ਦਿੱਤੇ। ਉਹਦੇ 'ਚ ਕਿਹਾ ਗਿਆ ਕਿ ਜੀ ਡੇ ਕੇਅਰ ਸੈਂਟਰ ਇੰਟਰੋਡਿਊਸ ਕਰਾਏ ਗਏ ਕੰਮ ਵਾਲੀ ਜਗ੍ਹਾ ਤੇ। ਔਰਤਾਂ ਦਾ ਜਿੰਨੀ ਵੀ ਬੋਡੀਜ਼ ਬਣਦੀਆਂ ਕਨਸਟੀਟਿਊਟ ਹੁੰਦੀ, ਉਹਦੇ 33% ਉਹਨਾਂ ਦਾ ਹਿੱਸਾ ਰੱਖਿਆ ਗਿਆ ਕਿ ਔਰਤਾਂ ਹੋਣੀਆਂ ਚਾਹੀਦੀਆਂ, ਪਾਰਟਿਸਿਪੇਸ਼ਨ ਹੋਣੀ ਚਾਹੀਦੀ। ਅੱਛਾ, ਉਹਦੇ 'ਚ ਮੈਂ 3 ਗੱਲਾਂ ਕਰਨਾ ਚਾਹ ਰਹੀ ਹਾਂ। ਇਹ ਤਾਂ ਚਲੋ ਠੀਕ ਹੈ, ਅਸੀਂ ਕੀ ਕੀਤਾ ਕੀ ਨਹੀਂ ਕੀਤਾ, ਲੇਕਿਨ ਵੈਸੇ ਅਦਰਵਾਈਜ਼ ਓਵਰਆਲ ਜੀ ਮੈਨੂੰ ਇਹ ਲੱਗਦਾ ਹੈ ਕਿ ਔਰਤਾਂ ਦਾ ਡਿਸੀਜਨ ਮੇਕਿੰਗ ਜਗ੍ਹਾ ਤੇ ਸ਼ਮੂਲੀਅਤ ਹੋਣਾ ਬਹੁਤ ਜ਼ਰੂਰੀ ਹੈ। ਬਿਲਕੁਲ, ਲੀਡਰਸ਼ਿਪ ਰੋਲ, ਲੀਡਰਸ਼ਿਪ ਰੋਲ ਅਸੀਂ ਸਾਨੂੰ ਇਨਕਲੂਜਨ ਬਣਾਉਣੀ ਪੈਗੀ। ਵੇਖੋ ਸਾਡੀ ਆਬਾਦੀ ਦਾ ਨਿਸਫ ਹਿੱਸਾ ਔਰਤਾਂ ਨੇ, ਉਹਦੇ ਬਗੈਰ ਅਸੀਂ ਹੁਣ ਗੁਜ਼ਾਰਾ ਨਹੀਂ ਹੈ। ਅੱਛਾ, ਦੂਸਰੀ ਚੀਜ਼ ਜਿਹੜੀ ਇਹਨਾਂ ਬਿਲਕੁਲ ਬੜੀ ਖੂਬਸੂਰਤ ਗੱਲ ਕੀਤੀ ਨਾ, ਕਿ ਜੇ ਔਰਤਾਂ ਜਿਹੜੀਆਂ ਉਹਨਾਂ ਦਾ ਕੰਮ ਇਕਨੋਲੇਜ ਨਹੀਂ ਹੋ ਰਿਹਾ, ਉਹ ਘਰ ਵਿੱਚ ਵੀ ਕੰਮ ਕਰਦੀਆਂ ਨੇ, ਹਿੱਸਾ ਪਾਉਂਦੀਆਂ ਰਹਿੰਦੀਆਂ ਨੇ ਭਾਵੇਂ ਜਿੰਨਾ ਵੀ ਕੰਮ ਕਰਨ। ਅੱਛਾ, ਹੁਣ ਇਹ ਚੀਜ਼ ਦਾ ਬੈਲੈਂਸ ਕ੍ਰੀਏਟ ਕਰਨਾ, ਮੈਨੂੰ ਇਹ ਲੱਗਦਾ ਹੈ ਕਿ ਅਗਰ ਔਰਤ ਘਰੋਂ ਬਾਹਰ ਨਿਕਲ ਕੇ ਕੰਮ ਕਰਨ ਦੀ ਸਲਾਹੀਅਤ ਰੱਖਦੀ ਹੈ, ਕੰਪੀਟੈਂਸ ਰੱਖਦੀ ਹੈ, ਉਹਦਾ ਮਤਲਬ ਇਹ ਨਹੀਂ ਕਿ ਸਾਰੇ ਜਾਣ ਦੇ ਕੰਮ ਉਹਦੇ ਤੇ ਪਾ ਦਿਓ। ਮਤਲਬ ਉਹਨੂੰ ਫਿਰ ਸੁਪਰ ਵੂਮਨ ਨਾਲ ਟ੍ਰੀਟ ਕਰੋ ਨਾ, ਕਿ ਹਰ ਫਨ ਮੌਲਾ ਤੇ ਨਹੀਂ ਬਣ ਸਕਦੀ। ਔਰ ਇਹ ਸ਼ਾਇਦ ਔਰ ਬੜੀ ਬਾਰੀਕੀ ਨਾਲ ਸ਼ਾਇਦ ਔਰਤਾਂ ਨੂੰ ਵੀ ਸੋਚਣਾ ਪਏਗਾ। ਅੱਛਾ, ਦੂਸਰਾ ਔਰਤ ਨੂੰ ਜਿਹੜਾ ਇਹ ਅਸੀਂ ਕਹਿੰਦੇ ਹਾਂ, ਹੁਣ ਅਸੀਂ ਇੱਥੇ ਲੈਂਗੁਏਜ ਬਹੁਤ ਬੜਾ ਇਸ਼ੂ ਹੈ। ਅਸੀਂ ਜ਼ੁਬਾਨ ਦਾ ਇਸਤੇਮਾਲ, ਅਲਫਾਜ਼ ਦਾ ਇਸਤੇਮਾਲ, ਜੁਮਲਿਆਂ ਦਾ ਇਸਤੇਮਾਲ ਕੀ ਕਰ ਰਹੇ ਹਾਂ। ਅਸੀਂ ਦੇਖੋ ਕਹਿੰਦੇ ਕਿ ਔਰਤ ਨੂੰ ਨਹੀਂ ਦਿੱਤਾ, ਮੁਆਸ਼ਰਾ ਹੱਕ ਨਹੀਂ ਦਿੰਦਾ, ਫਲਾਣਾ ਇਹ ਰਾਈਟ ਨਹੀਂ ਦਿੰਦਾ। ਬਈ ਤੁਸੀਂ ਔਰਤ ਨੂੰ ਨਹੀਂ ਦੇਣਾ, ਉਹ ਔਰਤ ਦਾ ਹੈ, ਔਰਤ ਦਾ ਹੈ ਤੇ ਆਟੋਮੈਟਿਕਲੀ ਮਿਲਣਾ ਚਾਹੀਦਾ, ਆਟੋਮੈਟਿਕਲੀ ਉਹਨੇ ਮਿਲਣਾ, ਆਟੋਮੈਟਿਕਲੀ ਮਿਲਣਾ ਹੈ, ਕਿਸੇ ਨੇ ਨਹੀਂ ਦੇਣਾ। ਔਰ ਦੂਸਰੀ ਗੱਲ ਹੈ ਵੇ ਕਿ ਜਦੋਂ ਡਿਸੀਜਨ ਮੇਕਿੰਗ ਵਿੱਚ ਬੋਡੀਜ਼ ਵਿੱਚ ਔਰ ਟੌਪ ਜਗ੍ਹਾ ਤੇ ਵੀ ਔਰਤਾਂ ਜਿਹੜੀਆਂ ਉਹਨਾਂ ਨੂੰ ਆਉਣਾ ਹੋਏਗਾ ਡਿਸੀਜਨ ਮੇਕਿੰਗ। ਜਿਵੇਂ ਛੋਟੀ ਜਿਹੀ ਗੱਲ ਹੈ, ਨੈਸ਼ਨਲ ਐਕਸ਼ਨ ਪਲਾਨ, ਮੈਂ ਕਿਸੇ ਦੇ ਮੁਖਾਲਫਤ ਵਿੱਚ ਗੱਲ ਨਹੀਂ ਕਰੀ, ਬਣਿਆ ਸੀ ਉਹਦੇ 'ਚ ਨਾ ਉਹ ਅਸੀਂ ਇਹ ਹੁਣ ਬਿਲਕੁਲ ਤੈਅਸ਼ੁਦਾ ਗੱਲ ਹੈ ਕਿ ਜਦੋਂ ਬਣਦੇ ਹੈ, ਜਦੋਂ ਹੁੰਦੀ ਹੈ ਕੋਈ ਵੀ ਕਲੈਮਿਟੀ ਆਉਂਦੀ, ਡਿਜ਼ਾਸਟਰ ਆਉਂਦਾ, ਉਹਦੇ 'ਚ ਸਭ ਤੋਂ ਜ਼ਿਆਦਾ ਔਰਤ ਔਰ ਬੱਚੇ ਮੁਤਾਸਰ ਹੁੰਦੇ ਆ। ਬਿਲਕੁਲ, ਉਹਦੇ 'ਚ ਹੁਣ ਉਹਦਾ ਜ਼ਿਕਰ ਹੀ ਨਹੀਂ, ਉਹਦੇ 'ਚ ਔਰਤਾਂ ਨੂੰ ਸ਼ਮੂਲੀਅਤ ਨਹੀਂ ਦਿੱਤੀ ਗਈ ਸੀ। ਮੈਨੂੰ ਲੱਗਦਾ ਕਿ ਐਸੀ ਬਹੁਤ ਸਾਰੀ ਚੀਜ਼ਾਂ ਸਾਨੂੰ ਕਰਨ ਤੋਂ ਪਹਿਲਾਂ ਹੁਣ ਸੋਚਣਾ ਪੈ ਕਿ ਖਵਾਤੀਨ, ਬਿਲਕੁਲ ਦੇਖੋ ਨਾ 50% ਖਵਾਤੀਨ ਨੇ ਆਬਾਦੀ ਦਾ ਹਿੱਸਾ। ਫਿਰ ਔਰਤਾਂ ਹੁਣ ਕੰਮ ਵਿੱਚ ਵੀ ਆ ਗਈਆਂ, ਸਿਆਸਤ ਵਿੱਚ ਵੀ ਆ ਗਈਆਂ। ਤੁਸੀਂ ਆਪ ਕਿਹਾ ਹੁਣ ਔਰਤ ਸਿਆਸਤ ਵਿੱਚ ਅੱਗੇ ਆਈ ਹੈ। ਹੁਣ ਇਹ ਬਣ ਗਿਆ ਕਿ ਹਰ ਪੋਲੀਟੀਕਲ ਪਾਰਟੀ ਜਿਹੜੀ ਹੈ ਉਹ 5% ਜਿਹੜੀਆਂ ਜਨਰਲ ਸੀਟ ਤੇ ਟਿਕਟਾਂ ਹੈ ਉਹ ਔਰਤਾਂ ਨੂੰ ਦੇਣੀਆਂ ਲਾਜ਼ਮੀ ਹੈ। ਇਹ ਕੋਡ ਆਫ ਕੰਡਕਟ ਹੈ ਇਲੈਕਸ਼ਨ ਕਮਿਸ਼ਨ ਦਾ। ਅੱਛਾ, ਉਹਦੇ ਨਾਲ ਇੱਕ ਬੜਾ ਰੁਝਾਨ ਪੈਦਾ ਹੋਇਆ। ਪਹਿਲਾਂ ਹੁੰਦਾ ਸੀ ਕਿ ਸਿਆਸਤ ਵਿੱਚ ਉਹੀ ਔਰਤ ਆ ਸਕਦੀ ਜਿਹੜੀ ਪਤਾ ਨਹੀਂ ਕੀ ਕਰੇਗੀ, ਕਿੱਥੋਂ ਉਤਰੀ ਹੋਏਗੀ, ਜਾਂ ਉਹਦਾ ਬੈਕਗ੍ਰਾਉਂਡ ਹੈ, ਕੋਈ ਫੈਮਿਲੀ ਬੈਕਗ੍ਰਾਉਂਡ ਹੈ। ਹਾਂ, ਮੈਂ ਬਿਲਕੁਲ ਦੱਸਣਾ ਚਾਹਨੀ ਹਾਂ, ਮੈਨੂੰ ਬੜਾ ਇਸ ਗੱਲ ਦਾ ਉਹ ਫਖਰ ਹੈ ਕਿ ਮੇਰਾ ਕੋਈ ਫੈਮਿਲੀ ਬੈਕਗ੍ਰਾਉਂਡ ਜਿਹੜਾ ਹੈ ਉਹ ਸਿਆਸਤ ਤੋਂ ਨਹੀਂ ਹੈ, ਮੈਂ ਸਿਆਸੀ ਘਰਾਣੇ ਤੋਂ ਨਹੀਂ ਹਾਂ, ਨਾ ਮੈਂ ਕੋਈ ਜਾਗੀਰਦਾਰ ਘਰਾਣੇ ਤੋਂ। ਫਿਰ ਦੇਖੋ ਨਾ, ਇਹ ਤੁਸੀਂ ਇੱਕ ਟ੍ਰੈਂਡ ਸੈੱਟ ਕਰ ਰਹੇ ਹੋ ਨਾ। ਇਹ ਬਿਲਕੁਲ ਮੈਂ ਕੰਮ ਕੀਤਾ, ਮੈਂ ਤਾਲੀਮ ਦੀ ਵਜ੍ਹਾ ਤੋਂ, ਆਪਣੇ ਕੰਮ ਦੀ ਵਜ੍ਹਾ ਤੋਂ, ਆਪਣੇ ਸ਼ੌਕ ਦੀ ਵਜ੍ਹਾ ਤੋਂ, ਮਿਹਨਤ ਦੀ ਵਜ੍ਹਾ ਤੋਂ, ਔਰ ਬਿਲਕੁਲ ਮੈਰਿਟ ਤੇ ਅੱਗੇ ਆਈ ਹਾਂ। ਮੈਨੂੰ ਮੇਰੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਨੂਨ ਨੇ ਬਹੁਤ ਮੈਰਿਟ ਤੇ ਅਸੈਂਬਲੀ 'ਚ ਲੈ ਕੇ, ਮੈਂ ਮੇਰੀ ਹੋਰ ਕੋਲੀਗਸ ਨੇ, ਅਸੀਂ ਐਗਜ਼ਾਮਪਲ ਹਾਂ ਕਿ ਇੱਕ ਸੈਟਿੰਗ ਐਗਜ਼ਾਮਪਲ ਹੈ ਕਿ ਸਾਡੀ ਕੋਈ ਦੂਸਰੀ ਤੀਸਰੀ ਤੁਸੀਂ ਪ੍ਰੈਜ਼ੀਡੈਂਟ ਵੀ ਸੈੱਟ ਕਰ ਰਹੇ ਹੋ ਕਿ ਜੀ ਮੈਰਿਟ ਤੇ ਜਿਹਦਾ ਫੈਮਿਲੀ ਬੈਕਗ੍ਰਾਉਂਡ ਨਹੀਂ ਵੀ ਹੁੰਦਾ ਉਹ ਵੀ ਸਿਆਸਤ ਆ ਸਕਦੀ ਹੈ ਖਵਾਤੀਨ, ਅਗਰ ਉਹਨਾਂ ਨੂੰ ਸ਼ੌਕ ਹੈ। ਐਗਜ਼ੈਕਟਲੀ, ਬਿਲਕੁਲ ਆ ਸਕਦੀ। ਠੀਕ ਹੈ। ਤਾਂ ਫਿਰ ਸਾਹਿਬਾ ਅਸੀਂ ਗੱਲ ਕਰ ਰਹੇ ਸੀ ਖਵਾਤੀਨ ਮੁਖਤਲਿਫ ਸ਼ੋਬਾਂ 'ਚ ਕੰਮ ਕਰ ਰਹੀਆਂ ਨੇ। ਅੱਛਾ, ਇੱਕ ਜਿਹੜੀ ਆਮ ਔਰਤ ਹੈ ਜਿਹੜੇ ਘਰ 'ਚ ਹੁੰਦੀ ਹੈ, ਮੌਜੂਦ ਹੈ, ਜਿਹੜੀ ਜਿਹਨੂੰ ਇੰਨੀ ਐਕਸੈਸ ਨਹੀਂ ਮਿਲੀ ਵੀ, ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਐਮਪਾਵਰ ਕਰ ਸਕਦੀ ਹੈ? ਹਾਂ, ਉਹੀ ਮੈਂ ਗੱਲ ਤੁਹਾਡੇ ਨਾਲ ਕਰ ਰਹੀ ਸਾਂ ਕਿ ਇਹ ਇਨਕਲਾਬ 2 ਸਤ੍ਹਾ ਤੇ ਆਣ। ਇੱਕ ਸਮਾਜੀ ਸਤ੍ਹਾ ਦੇ ਉੱਤੇ ਇਹਦੇ ਤੇ ਜਿੱਦੋਜਹਿਦ ਦੀ ਜ਼ਰੂਰਤ ਹੈ ਕਿ ਉਹ ਰਾਈਟਸ ਜਿਹੜੇ ਸਨ 1400 ਸਾਲ ਪਹਿਲੇ ਐਲਾਨ ਹੋ ਗਿਆ, ਸਾਡੇ ਨਬੀ ਨੇ ਦੇ ਛੜੇ, ਉਹਨਾਂ ਨੂੰ ਰੈਸਟੋਰ ਕਿਸ ਤਰ੍ਹਾਂ ਕਰਨਾ। ਬਿਲਕੁਲ, ਇਹ ਤੇ ਖਾਨਦਾਨਾਂ ਦੀ ਸਤ੍ਹਾ ਤੇ ਔਰ ਫੈਮਲੀਜ਼ ਦੀ ਸਤ੍ਹਾ ਤੇ ਉੱਤੇ ਕਿ ਫੈਮਲੀਜ਼ ਵੀ ਨਾ ਟੁੱਟਣ ਤੇ ਔਰ ਇਹਨਾਂ ਚੀਜ਼ਾਂ ਨੂੰ ਰੈਸਟੋਰ ਕੀਤਾ ਜਾਏ। ਇੱਕ ਵਰਕਪਲੇਸ ਹੈ, ਇੱਕ ਪ੍ਰੋਫੈਸ਼ਨਲ ਲਾਈਫ ਹੈ, ਉੱਥੇ ਜਾ ਕੇ ਕਿਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦਰੁਸਤ ਕਰਨੀਆਂ ਨੇ। ਉਹਦਾ ਤਰੀਕਾਕਾਰ ਬੜਾ ਅੱਛਾ ਸਾਡੀ ਸਾਰਿਆਂ ਦੀ ਗੁਫ਼ਤਗੂ ਦੇ ਵਿੱਚ ਉਹਦਾ ਬਿਆਨ ਹੋਇਆ ਹੈ ਕਿ ਅਸੀਂ ਇਹ ਚੀਜ਼ਾਂ ਮੰਗੀਆਂ ਨਹੀਂ ਮਿਲਣੀਆਂ, ਇਹਨਾਂ ਚੀਜ਼ਾਂ ਨੂੰ ਖੁਦ ਜਿਹੜਾ ਹਾਸਲ ਕਰਨਾ ਹੈ, ਇਹਨਾਂ ਚੀਜ਼ਾਂ ਦੇ ਲਈ ਖੁਦ ਇੱਕ ਜਿੱਦੋਜਹਿਦ ਕਰਨੀ ਹੈ, ਆਪਣੇ ਜ਼ਿਹਨ ਨੂੰ ਇਹਦੀ ਪਰਵਰਿਸ਼ ਕਰਨੀ ਹੈ। ਮੈਂ ਤੇ ਜਿੱਥੋਂ ਤੱਕ ਦੇਖਨੀ ਆ ਤੇ ਉਹਦੇ 'ਚ ਜਾ ਕੇ ਲੌਜੀਕਲੀ ਮੈਨੂੰ ਤੇ ਹੱਲ ਇਹ ਨਜ਼ਰ ਆਉਂਦੇ ਨੇ ਕਿ ਔਰਤ ਜਿਹੜੀ ਹੈ ਇਹ ਤੈਅ ਵੇ ਕਿ ਬੇਸ਼ੱਕ ਇਹਦਾ ਜਿਹੜਾ ਨੁਕਸਾਨ ਹੈ ਮੌਜੂਦਾ ਇੱਕ ਅਬੂਰੀ ਦੌਰ ਦਾ, ਇਹਦੇ 'ਚ ਔਰਤ ਔਰ ਮਰਦ ਦਾ ਰਿਸ਼ਤਾ ਖਰਾਬ ਹੋਇਆ,
ਔਰ ਇੱਕ ਬੜਾ ਪੈਕੂਲਰ ਖੂਬਸੂਰਤ ਰੋਮਾਂਟਿਕ ਰਿਸ਼ਤਾ ਜਿਹੜਾ ਸੀ ਉਹ ਵਰਕਿੰਗ ਦੀ ਆਪਸ ਦੇ ਵਿੱਚ ਜਿਹੜੀ ਇੱਕ ਖਿੱਚਾਤਾਨੀ ਹੈ ਉਹਦੇ ਵਿੱਚ ਆ ਕੇ ਖਰਾਬ ਹੋਇਆ। ਇਹ ਕਿਸ ਤਰ੍ਹਾਂ ਦੀ ਯਾਨੀ ਕਿ ਮਰਦਾਨਗੀ ਹੈ ਕਿ ਤੁਸੀਂ ਕਹਿੰਦੇ ਹੋ ਤੁਹਾਡੀ ਆਪਣੀ ਮਰਦੀ ਹੋਈ ਬੀਵੀ ਜਿਹੜੀ ਹੈ ਉਹਨੂੰ ਮਰਦ ਡਾਕਟਰ ਨਾ ਦੇਖੇ, ਉਹਨੂੰ ਔਰਤ ਡਾਕਟਰ ਹੀ ਆ ਕੇ ਦੇਖੇ। ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਖਤਮ ਕਰਨ ਵਾਸਤੇ ਔਰਤ ਜਿਹੜੀ ਹੈ ਆਪਣਾ ਇੱਕ ਬਤੌਰ ਹਿਊਮਨ ਬੀਇੰਗ ਰੋਲ ਨਿਭਾਉਣਾ ਚਾਹੁੰਦੀ ਹੈ, ਉਹ ਇੱਕ ਖਾਲੀ ਤਸਵੀਰ ਬਣ ਕੇ ਨਹੀਂ ਬੈਠਣਾ ਚਾਹੁੰਦੀ। ਅੱਛਾ ਲੱਗੇ ਸਭਾ 8 ਮਾਰਚ ਦੇ ਦਿਨ ਪਿਛਲੇ ਚੰਦ ਸਾਲ ਤੋਂ ਬੜਾ ਕੰਟਰੋਵਰਸ਼ੀਅਲ ਵੀ ਹੋ ਰਿਹਾ, ਬੜੀ ਸਾਰੀ ਖਵਾਤੀਨ ਮਾਰਚ ਕਰਦੀਆਂ ਨੇ ਤੇ ਚੰਦ ਐਸੇ ਅਨਾਸਰ ਨੇ ਜਿਹੜੇ ਉਹਨੂੰ ਕਿਸੇ ਹੋਰ ਪਾਸੇ ਲੈ ਕੇ ਜਾ ਰਹੇ ਨੇ। ਅੱਛਾ ਮੈਡਮ, ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਕਿ ਇੱਕ ਕੋਈ ਲਿਮਿਟੇਸ਼ਨ ਵੀ ਹੁੰਦੀਆਂ। ਦੇਖੋ ਅੱਲਾਹ ਤਾਲਾ ਨੇ ਵੀ ਕੋਈ ਨਾ ਤੁਹਾਡੇ ਇਰਦ ਗਿਰਦ ਕੋਈ ਲਿਮਿਟੇਸ਼ਨ ਪੈਦਾ ਕੀਤੀਆਂ, ਉਹਦੇ ਹਿਸਾਬ ਨਾਲ ਤੁਹਾਨੂੰ ਕੰਮ ਕਰਨਾ ਪੈਂਦਾ। ਅੱਛਾ ਮੇਰਾ ਖਿਆਲ ਹੈ ਕਿ ਸ਼ਾਇਦ ਇਹ ਜਿਹੜਾ ਪਿਛਲੇ ਕੁਝ ਅਰਸੇ ਤੋਂ ਟ੍ਰੈਂਡ ਸ਼ੁਰੂ ਹੋਇਆ ਹੈ ਕਿ ਮੇਰਾ ਜਿਸਮ ਮੇਰੀ ਮਰਜ਼ੀ, ਇੰਦੀਆਂ ਗੱਲਾਂ ਮੇ ਬੀ ਯੂਰਪ ਦੇ ਵਿੱਚ ਤੇ ਇਹ ਗੱਲਾਂ ਜਿਹੜੀਆਂ ਸੂਟੇਬਲ ਕਰਦੀਆਂ, ਸਾਡਾ ਤੇ ਉਹਨਾਂ ਦਾ ਇੱਕ ਮੁਆਸ਼ਰਤੀ ਫਰਕ ਵੀ ਤੇ ਹੈ ਨਾ। ਲੇਕਿਨ ਸਾਡੇ ਪਾਕਿਸਤਾਨ ਦੇ ਵੀ ਤੁਸੀਂ ਜਿਸ ਵੇਲੇ ਇਹ ਗੱਲ ਸਾਹਮਣੇ ਲਿਆਓਗੇ ਨਾ ਤੇ ਕੱਚੇ ਜ਼ੇਨ ਦੀਆਂ ਬੱਚੀਆਂ ਜਿਹੜੀਆਂ ਛੋਟੀਆਂ ਹੈ ਉਹ ਇਹਦਾ ਇੰਤਹਾਈ ਗਲਤ ਇੰਪੈਕਟ ਲੈਣਗੀਆਂ। ਅੱਛਾ ਬਾਕੀ ਇਹ ਕਿ ਸਾਨੂੰ ਆਪਣੇ ਐਟਮੋਸਫੇਅਰ ਫੇਅਰ ਦੇ ਮੁਤਾਬਿਕ ਵੀ ਰਹਿਣਾ ਚਾਹੀਦਾ, ਖਵਾਤੀਨ ਆਪਣੀ ਇੱਜ਼ਤ ਨੂੰ ਮੇਨਟੇਨ ਰੱਖਦੇ ਹੋਇਆ ਕੰਮ ਕਰਨ। ਅੱਛਾ ਇੱਥੇ ਹੁਣ ਇੱਕ ਚੀਜ਼ ਹੋਰ, ਮੈਂ ਤੁਸੀਂ ਹੁਣੇ ਕਿਹਾ ਸੀ ਨਾ ਕਿ ਖਵਾਤੀਨ ਵਾਸਤੇ ਇਹ ਵੂਮਨ ਪ੍ਰੋਟੈਕਸ਼ਨ ਐਕਟ ਬਣਿਆ ਔਰ ਸਾਡੇ ਮੌਜੂਦ ਹੈ ਵੂਮਨ ਪ੍ਰੋਟੈਕਸ਼ਨ ਐਕਟ, ਔਰ ਉਹਦੇ ਚੋਂ ਸਾਰੀਆਂ ਚੀਜ਼ਾਂ ਹੈ ਜਿੱਥੇ ਕਿ ਉਹ ਵਾਇਲੈਂਸ ਦਾ ਸ਼ਿਕਾਰ ਖਵਾਤੀਨ ਹੁੰਦੀਆਂ ਸੀ। ਤੁਸੀਂ ਵੇਖੋ ਨਾ, ਇਹ ਤੁਸੀਂ ਡੋਮੈਸਟਿਕ ਵਾਇਲੈਂਸ ਲੈ ਲਓ, ਮੈਂ ਕਹਿੰਦੀ ਮੈਂਟਲ ਵਾਇਲੈਂਸ ਵੀ ਹੁੰਦਾ ਵੇ, ਮੈਂਟਲ ਵਾਇਲੈਂਸ ਇਹ ਹਰਾਸਮੈਂਟ ਐਟ ਵਰਕ ਪਲੇਸ ਵਿੱਚ ਮੈਂਟਲ ਵਾਇਲੈਂਸ ਦਾ ਜ਼ਿਕਰ ਹੈ ਕਿ ਹੌਸਟਾਈਲ এনवायरमेंट ਦਾ ਜ਼ਿਕਰ ਹੈ। ਮੈਡਮ ਜਿਹੜੀਆਂ ਸਾਡੀਆਂ ਬਹੁਤ ਪੜ੍ਹੀਆਂ ਲਿਖੀਆਂ ਖਵਾਤੀਨ ਨੇ ਉਹ ਮੈਂਟਲ ਵਾਇਲੈਂਸ ਦਾ ਸ਼ਿਕਾਰ ਹੁੰਦੀਆਂ ਨੇ, ਕਿਉਂਕਿ ਉਹ ਵਿਚਾਰੀਆਂ ਜ਼ਾਹਿਰ ਹੈ ਕਿ ਬਜ਼ਾਤੇ ਖੁਦ ਤੇ ਉਹਨਾਂ 'ਚ ਇੰਨੀ ਤਾਕਤ ਹੁੰਦੀ ਕਿ ਕੋਈ ਬੰਦਾ ਉਹਨੂੰ ਬੀਟ ਨਾ ਕਰ ਸਕੇ, ਲੇਕਿਨ ਉਹ ਜ਼ਿਹਨੀ ਉਹਨੂੰ ਟੌਰਚਰ ਦਾ ਸ਼ਿਕਾਰ। ਲੇਕਿਨ ਫਿਜ਼ੀਕਲ ਵਾਇਲੈਂਸ ਨਜ਼ਰ ਵੀ ਨਹੀਂ ਨਾ, ਉਹ ਮੈਂਟਲ ਵਾਇਲੈਂਸ ਨਜ਼ਰ ਨਹੀਂ ਆਉਂਦਾ। ਉਹ ਸਭ ਤੋਂ ਖੌਫਨਾਕ ਕਿਸਮ ਹੈ ਮੈਂ ਸਮਝਦੀ ਵਾਇਲੈਂਸ ਦੀ। ਅੱਛਾ ਬਾਕੀ ਇੱਥੇ ਇੱਕ ਚੀਜ਼ ਇਹ ਤੁਹਾਡੇ ਫੋਰਮ ਦੇ ਤੋਂ ਤੇ ਕਿਉਂਕਿ ਜ਼ਾਹਿਰ ਹੈ ਕਿ ਪੀਟੀਵੀ ਹੈ ਤੇ ਸਾਰਿਆਂ ਨੇ ਦੇਖਣਾ। ਵੈਸੇ ਮੈਂ ਤੁਹਾਨੂੰ ਦੱਸਿਆ ਇਹ ਸਾਡੀ ਬਚਪਨ ਦੀ ਮਿੱਠੀ ਯਾਦ ਹੈ। ਅੱਜ ਮੈਂ ਬੜੀ ਖੁਸ਼ ਹਾਂ ਕਿ ਅੱਜ ਮੈਂ ਇਹਦੇ ਤੇ ਆ ਕੇ ਬੈਠੀ, ਮੈਨੂੰ ਬਹੁਤ ਪਸੰਦ ਹੈ ਪੀਟੀਵੀ। ਅੱਜ ਵੀ ਜਦੋਂ ਮੈਂ ਸਕੂਲ ਦੇ ਪ੍ਰੋਗਰਾਮ ਵੇਖਣੇ ਹੁੰਦੇ ਮੈਂ ਪੀਟੀਵੀ ਲਗਾਨੀ। ਅੱਛਾ ਮੈਡਮ ਇੱਕ ਚੀਜ਼ ਹੈ ਕਿ ਦੇਖੋ ਇਹ ਜਿਹੜਾ ਲੋਕਾਂ ਨੇ ਇਹ ਅਜੀਬ ਹੀ ਇਹਨਾਂ ਦਾ ਕਨਸੈਪਟ ਹੋ ਗਿਆ ਹੈ ਨਾ, ਔਰ ਮੈਂ ਸਮਝਦੀ ਕਿ ਇਸਲਾਮ 'ਚ ਇਹਨਾਂ ਨੇ ਆਪਣੇ ਵੱਲੋਂ ਚੀਜ਼ਾਂ ਸ਼ਾਮਿਲ ਕਰ ਲਈਆਂ ਜੀ। ਨਹੀਂ ਬਈ ਤੂੰ ਠੀਕ ਹੈ ਜੇ ਤੇਰੇ ਨਾਲ ਮੈਂ ਵਿਆਹ ਕੀਤਾ ਤੇ ਤੈਨੂੰ ਨੌਕਰੀ ਛੱਡਣੀ ਪੈਗੀ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਜਦੋਂ ਸ਼ਾਦੀ ਕੀਤੀ ਹਜ਼ਰਤ ਬੀਬੀ ਖਦੀਜਾ ਨਾਲ, ਉਹ ਵਰਕਿੰਗ ਵੂਮਨ ਸੀ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੇ ਸ਼ਰਤ ਨਹੀਂ ਰੱਖੀ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਨਾ ਤੂੰ ਬਿਜ਼ਨਸ ਕਰਨਾ ਛੱਡ ਦੇ। ਦੇਖੋ ਬਿਜ਼ਨਸ ਭਾਵੇਂ ਤੁਸੀਂ ਦਫ਼ਤਰ 'ਚ ਬਹਿ ਕੇ ਕਰੋ ਜਾਂ ਤੁਸੀਂ ਬਾਹਰ ਨਿਕਲ ਕੇ ਕਰੋ, ਤੁਸੀਂ ਇੱਕ ਕਾਰੋਬਾਰ 'ਚ ਇਨਵੋਲਵ ਤੇ ਹੁੰਦੇ ਉਹ ਇੱਕ ਪਾਵਰਡ ਖਾਤੂਨ। ਇਸ ਵਾਸਤੇ ਇਸਲਾਮ ਜਿਹੜਾ ਹੈ ਇਹ ਤੇ ਇੱਕ ਪੀਸ ਦਾ ਖੂਬਸੂਰਤ ਮਜ਼ਹਬ ਹੈ ਜਿਹੜਾ ਔਰਤ ਮਰਦ ਬੱਚਿਆਂ ਸਾਰਿਆਂ ਵਾਸਤੇ, ਔਰ ਕੁਰਾਨ ਪਾਕ ਪੂਰਾ ਕੋਡ ਆਫ ਲਾਈਫ ਹੈ, ਪੂਰਾ ਜ਼ਾਬਤਾ ਹਯਾਤ ਹੈ, ਉਹਨੂੰ ਪੜ੍ਹ ਕੇ ਦੇਖੋ ਕਿ ਉਹਦੇ 'ਚ ਹਰ ਬੰਦੇ ਦਾ ਕੀ ਉਹਦਾ ਹੱਕ ਹੈ। ਤੁਸੀਂ ਜੇ ਉਹਨਾਂ ਨੂੰ ਉਹਦੇ ਹਕੂਕ ਹੀ ਦੇ ਦਿਓ ਨਾ ਤੇ ਉਹੀ ਬੇਸਿਕ ਉਹੀ ਇਨਫ ਨੇ। ਮੈਡਮ ਇਹ ਤੁਹਾਡੇ ਆਪਸ ਦੇ ਵਿੱਚ ਜਿਹੜੇ ਇਹ ਆਪਸ 'ਚ ਇਹ ਮੁਕਾਬਲਾਬਾਜ਼ੀ ਤੇ ਇਹ ਚੀਜ਼ਾਂ ਇਹ ਆਪੇ ਹੀ ਖਤਮ ਹੋ ਮੈਂ ਤਾਂ ਸਮਝਦੀ ਕਿ ਲੋਕਾਂ ਖਵਾਤੀਨ ਨੂੰ ਆਪਣੇ ਹਕੂਕ ਦਾ ਵੀ ਅੰਦਾਜ਼ਾ ਨਹੀਂ, ਉਹਨਾਂ ਨੂੰ ਆਗਾਹੀ ਨਹੀਂ ਹੈ। ਕੀ ਕੀਤਾ ਜਾਵੇ, ਉਹਨਾਂ ਵਿਚਾਰੀਆਂ ਨੂੰ ਜ਼ਿਹਨੀ ਤੌਰ ਤੇ ਇੰਨਾ ਕੋਲੈਪਸ ਮਫਲੂਜ ਕਰ ਦਿੰਦੇ ਨੇ ਖਵਾਤੀਨ ਜਿਹੜੀ ਗੱਲ ਕੀਤੀ ਕਰ ਦਿੰਦੇ ਨੇ ਇਹਨਾਂ ਨੂੰ ਜ਼ਿਹਨੀ ਖਾਤੂਨ ਮਹਿਬੂਬੀਅਤ ਦੇ ਪਰਦੇ ਚੋਂ ਨਿਕਲ ਕੇ ਉਹ ਚਾਹੁੰਦੀ ਕਿ ਉਹਦੇ ਬ੍ਰੇਨ ਨੂੰ ਤਸਲੀਮ ਕੀਤਾ ਜਾਏ। ਤੇ ਮੈਂ ਸਭਾ ਆਖਰ 'ਚ ਮੈਨੂੰ ਦੱਸੋ ਕਿ ਸਾਡੇ ਪ੍ਰੋਗਰਾਮ ਦਾ ਵਕਤ ਵੀ ਖਤਮ ਹੋ ਰਿਹਾ ਹੈ, ਕੀ ਪੈਗਾਮ ਦੇਵੋਗੇ, ਕਿਸ ਕਿਸਮ ਦੀ ਸੋਲੂਸ਼ਨ ਤੁਹਾਡੇ ਜ਼ਿਹਨ 'ਚ ਹੈ ਇਸ ਹਵਾਲੇ ਨਾਲ? ਇਸ ਹਵਾਲੇ ਨਾਲ ਜੀ ਮੈਨੂੰ ਲੱਗਦਾ ਹੈ ਕਿ ਇੱਕ ਤੇ ਔਰਤਾਂ ਨੂੰ ਆਪਣਾ, ਹੁਣ ਔਰਤਾਂ ਦਾ ਪਾਕਿਸਤਾਨ ਇਸ ਦੇ ਹਵਾਲੇ ਨਾਲ ਗੱਲ ਕਰਦੇ ਕਾਰਵਾਨ ਬਣ ਚੁੱਕਿਆ। ਜਿਵੇਂ ਜਿੱਦੋਂ ਜਹਿਦ ਦਾ ਆਗਾਜ਼ ਹੋਇਆ ਸੀ ਬਹੁਤ ਪਹਿਲੇ, ਹੁਣ ਇਹ ਕਾਰਵਾਨ ਬਣ ਚੁੱਕਿਆ। ਹੁਣ ਰੁਕਣਾ ਨਹੀਂ ਔਰ ਇਹਨੂੰ ਸਾਨੂੰ ਜਾਰੀ ਰੱਖਣਾ ਹੈ। ਇਹਨੂੰ ਔਰਤਾਂ ਚਲਾਉਂਦੀਆਂ ਰਹਿਣ, ਯੰਗ ਬੱਚੀਆਂ ਦੇ ਮਜ਼ੀਦ ਸ਼ਾਮਿਲ ਹੁੰਦੀਆਂ ਨੇ। ਬੜਾ ਇੰਪੋਰਟੈਂਟ ਸੀ ਕਿ ਸਾਨੂੰ ਐਜੂਕੇਸ਼ਨ ਤੇ ਬਹੁਤ ਜ਼ਿਆਦਾ ਫੋਕਸ ਕਰਨਾ ਪਏਗਾ। ਜਦੋਂ ਐਜੂਕੇਸ਼ਨ ਆਮ ਹੋਏਗੀ ਤੇ ਉਹਦੇ ਤੋਂ ਬੱਚੀਆਂ ਨੂੰ ਕੌਨਫੀਡੈਂਸ ਬਹੁਤ ਜ਼ਿਆਦਾ ਬਹਾਲ ਹੋਏਗਾ। ਦੇਖੋ ਮੈਨੂੰ ਇਹ ਤੇ ਪਤਾ ਹੋ ਸਕਦਾ ਹੈ ਬਤੌਰ ਔਰਤ ਕਿ ਮੈਨੂੰ ਇਹ ਪ੍ਰੋਬਲਮ ਆ ਰਹੀ ਹੈ, ਲੇਕਿਨ ਮੈਂ ਇਹਨੂੰ ਐਕਸਪ੍ਰੈਸ ਕਿਵੇਂ ਕਰਨਾ ਹੈ, ਮੈਂ ਇਹਨੂੰ ਇਵੈਲੂਏਟ ਕਿਵੇਂ ਕਰਨਾ ਹੈ, ਔਰ ਇਹ ਮੈਨੂੰ ਤਾਲੀਮ ਨੇ, ਐਜੂਕੇਸ਼ਨ ਨੇ ਔਰ ਮੇਰੇ ਨੌਲੇਜ ਨੇ, ਇਨਫੋਰਮੇਸ਼ਨ ਨੇ ਸਿਖਾਣਾ ਹੈ। ਔਰ ਜਦੋਂ ਮੈਂ ਨਿਕਲਾਂਗੀ ਔਰ ਫਿਰ ਐਜੂਕੇਸ਼ਨ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜੁੜੀਆਂ ਹੁੰਦੀਆਂ ਨਾ, ਉਹਦੇ ਨਾਲ ਇੱਕ ਐਕਸਪੋਜ਼ਰ ਜੁੜਿਆ, ਲਰਨਿੰਗ ਜੁੜੀ ਹੈ, ਤੁਹਾਡੀ ਇੰਟਰੈਕਸ਼ਨ ਜੁੜੀ ਹੋਈ ਹੈ, ਔਰ ਉਹਦੇ 'ਚ ਫਿਰ ਤੁਹਾਨੂੰ ਮਤਲਬ। ਔਰ ਮੇਰਾ ਯੰਗ ਲੜਕੀਆਂ ਨੂੰ ਬਿਲਕੁਲ ਇਹ ਪੈਗਾਮ ਹੈ ਅੱਜ ਦੇ ਦਿਨ ਦੇ ਵਾਲੇ ਤੋਂ ਕਿ ਆਪਣੇ ਆਪ ਨੂੰ ਸਿਰਫ ਐਜ਼ ਲੜਕੀ ਜਾਂ ਔਰਤ ਟਰੀਟ ਕਰਨ ਤੋਂ ਪਹਿਲਾਂ ਐਜ਼ ਹਿਊਮਨ ਬੀਇੰਗ ਟਰੀਟ ਕਰੋ। ਲਿਹਾਜ਼ਾ ਮੇਰਾ ਪੈਗਾਮ ਜਿੰਨਾ ਵਰਕਿੰਗ ਵੂਮਨ ਨੂੰ ਹੈ ਨਾ ਕਿ ਸਟੇ ਸਟਰੋਂਗ, ਤੁਸੀਂ ਨਿਕਲੀਆਂ ਹੋ, ਬਿਲਕੁਲ ਆਪਣੇ ਖੜੀਆਂ ਰਹੋ, ਆ ਤੁਹਾਡਾ ਹੱਕ ਹੈ। ਜੋ ਵੀ ਤੁਸੀਂ ਲੈਂਦੀਆਂ ਪਈਆਂ ਆਪ ਲੈਂਦੀਆਂ ਪਈਆਂ ਔਰ ਆਪ ਹੀ ਲੈਣਾ, ਪਲੇਟ 'ਚ ਪਾ ਕੇ ਕਿਸੇ ਨਹੀਂ ਦੇਣਾ। ਔਰ ਦੂਸਰੀ ਤਰਫ ਘਰ ਬੈਠੀਆਂ ਔਰਤਾਂ ਨੂੰ ਵੀ ਮੇਰਾ ਪੈਗਾਮ ਹੈ ਕਿ ਪਲੀਜ਼ ਤੁਸੀਂ ਵੀ ਇਹ ਜਿਹੜਾ ਨਾ ਇਹਦੇ 'ਚ ਸ਼ਾਮਿਲ ਹੋ, ਤੁਹਾਡਾ ਵੀ ਪੂਰਾ ਇੱਕ ਕਿਰਦਾਰ ਔਰ ਹਿੱਸਾ ਹੈ, ਉਹਨੂੰ ਮਤ ਭੁੱਲੋ। ਵੀ ਸਭਾ ਇਹ ਤਾਂ ਅਸੀਂ ਗੱਲ ਕਰ ਰਹੇ ਨੇ ਸ਼ਹਿਰਾਂ ਦੇ ਹਵਾਲੇ ਨਾਲ, ਤੇ ਪਿੰਡਾਂ ਥਾਵਾਂ ਵਿੱਚ ਤੁਸੀਂ ਦੇਖਦੇ ਖਵਾਤੀਨ ਨੂੰ ਆਪਣੇ ਹਕੂਕ ਦਾ ਨਹੀਂ ਪਤਾ, ਉਹਨਾਂ ਦੇ ਹਵਾਲੇ ਨਾਲ ਤੁਸੀਂ ਕੀ ਗੱਲ ਕਰੋਗੇ, ਕਿਸ ਤਰ੍ਹਾਂ ਦਾ ਪੈਗਾਮ ਦੇਵੋਗੇ ਉਹਨਾਂ ਨੂੰ? ਸ਼ੁਰੂ 'ਚ ਮੇਰੇ ਕੋਲ ਜਦੋਂ ਖਵਾਤੀਨ ਆਉਂਦੀਆਂ ਸਨ, ਨੁਮਾਇਸ਼ ਲਗਾਉਣੀ ਹੁੰਦੀ ਸੀ ਤੇ ਸਾਗ ਦੇ ਸਟਾਲ ਉਹਨਾਂ ਲਾਣੇ ਹੁੰਦੇ ਸਨ ਔਰ ਛੋਟੀਆਂ ਮੋਟੀਆਂ ਚੀਜ਼ਾਂ, ਤੇ ਉਹਨਾਂ ਕੋਲ ਗੱਲ ਨਹੀਂ ਹੁੰਦੀ ਸੀ।
ਤੇ ਹੁਣ ਜਦੋਂ ਆਰਟ ਕੌਂਸਲਾਂ ਦੇ ਵਿੱਚ ਰਹਿ ਕੇ ਅਸੀਂ ਦੇਖਿਆ ਕਿ ਉਹ ਨੈਕਸਟ ਈਅਰ ਆਉਂਦੀਆਂ ਨੇ ਤੇ ਉਹਨਾਂ ਨੇ ਕੋਈ ਸੋਨੇ ਦੀਆਂ ਡੰਡੀਆਂ ਵੀ ਪਾਈਆਂ ਹੁੰਦੀਆਂ ਨੇ, ਉਹਨਾਂ ਨੇ ਪੈਸੇ ਥੋੜ੍ਹੇ ਜਿਹੇ ਜਮ੍ਹਾਂ ਕੀਤੇ ਹੁੰਦੇ ਨੇ ਔਰ ਹੁਣ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦੀਆਂ ਨੇ। ਉਹਨਾਂ ਨੂੰ ਜਦੋਂ ਤੁਹਾਡੀ ਇਕਤਸਾਦੀਅਤ ਬਿਹਤਰ ਹੋਣੀ ਸ਼ੁਰੂ ਹੁੰਦੀ ਹੈ, ਤੁਹਾਡੇ ਲਹਿਜੇ 'ਚ ਆਪੇ ਹੀ ਜਾਨ ਆ ਜਾਂਦੀ ਹੈ। ਔਰਤਾਂ ਦਾ ਮੈਂ ਇਹ ਸਮਝਨੀ ਆ ਕਿ ਜਿਸ ਤਰ੍ਹਾਂ ਮੇਰੇ ਸੱਜੇ ਖੱਬੇ ਬੈਠੀ ਦੋਨੋਂ ਸੁਹਾਨੀਆਂ ਨੇ ਬੜੀ ਸੋਹਣੀ ਗੱਲਾਂ ਕੀਤੀ ਕਿ ਇਹਨਾਂ ਦਾ ਕਾਰਵਾ ਤੇ ਠੀਕ ਹੈ, ਸਿੱਧਾ ਹੋ ਗਿਆ। ਅਸਲ ਜਿਹੜੀ ਜਿੱਦੋ-ਜਹਿਦ ਹੈ ਨਾ, ਉਹ ਸਾਡੇ ਪਿੱਛੇ ਦੀਆਂ ਔਰਤਾਂ ਦੀ ਹੈ ਕਿ ਉਹਨਾਂ ਨੇ ਕੰਕਰ ਖਾਦੇ ਨੇ, ਉਹਨਾਂ ਨੇ ਇਹ ਪਿੱਛੇ ਸਾਡੇ ਇਹ ਸਟਰੋਂਗ ਸਾਡੀਆਂ ਮਾਵਾਂ ਨਾ ਹੁੰਦੀਆਂ ਨਾ, ਇਹ ਸਾਡੀਆਂ ਔਰਤਾਂ ਜਿਨ੍ਹਾਂ ਨੇ ਸਾਡੀਆਂ ਪਲਕਾਂ ਦੇ ਨਾਲ ਸਾਡੇ ਪੈਰਾਂ ਨੂੰ ਜ਼ਖਮੀ ਕਰਨ ਵਾਲੇ ਕੰਕਰਸ ਨੂੰ ਚੁਣਿਆ। ਉਹਨਾਂ ਨੂੰ ਟ੍ਰਿਬਿਊਟ ਦੇ ਤੌਰ ਮੈਂ 2-3 ਸ਼ੇਰ ਮੈਂ ਰਸਨੇ ਚਾਹਨੀ ਆ ਉਹਨਾਂ ਦੀ ਖਾਤਰ ਰਸਤੇ ਚਾਹੁੰਦੇ ਆ ਮੈਂ ਲਿਖੇ ਸੀ कि मैं कि बिगड़ी हूँ बहुत मुझको संवर जाने दो, मैं कि बिगड़ी हूँ बहुत मुझको संवर जाने दो, ज़ख्म ताज़ा है अभी ज़ख्म को भर जाने दो, मुझको रोको ना मेरे पाँव को ज़ंजीर करो, काम उम्रों का इसी उम्र में कर जाने दो, और मुझको तस्लीम करो हुस्न की हद से बढ़कर, मुझको तस्लीम करो हुस्न की हद से बढ़कर, मुझको जीने दो मेरे हुस्न को मर जाने। वाह वाह वाह, औरत अपनी सिर्फ सना खानी नहीं चाहती, औरत अपने वजूद ਦੀ ਅਹਿਸਾਸ ਚਾਹੁੰਦੀ ਹੈ। ਔਰਤ ਚਾਹੁੰਦੀ ਹੈ ਕਿ ਉਹਨੂੰ ਘਰਾਂ ਦੇ ਵਿੱਚ, ਦਫ਼ਤਰਾਂ ਦੇ ਵਿੱਚ, ਖੇਤਾਂ 'ਚ, ਖਲਿਆਣਾ 'ਚ ਐਪਰੀਸ਼ੀਏਟ ਕੀਤਾ ਜਾਏ। ਐਪਰੀਸ਼ੀਏਟ ਨਹੀਂ ਕੀਤਾ ਜਾਂਦਾ, ਐਪਰੀਸ਼ੀਏਟ ਨਹੀਂ ਤੇ ਕਮ ਸੇ ਕਮ ਇਤਰਾਫ ਕੀਤਾ ਜਾਏ। ਇਤਰਾਫ ਤੇ ਕਰੋ ਨਾ, ਮੁਤਰਿਫ ਤੇ ਹੋਵੋ ਕਿ ਉਹ ਪੂਰੀ ਮਸ਼ੀਨਰੀ ਦੇ ਵਿੱਚ ਉਹ ਸ਼ਾਮਲ ਹੈਗੀ ਹੈ, ਉਹ ਹਰ ਜਗ੍ਹਾ ਸ਼ਾਮਲ ਹੈ। ਦੂਜਾ ਕਿ ਆਪਣੇ ਬੇਟਿਆਂ ਨੂੰ ਕਹੋ ਕਿ ਆਪਣੀ ਬੇਟੀ, ਤੁਹਾਡੀ ਅਗਰ ਬੇਟੀ ਹੈ ਤੇ ਉਹਦੇ ਕੱਪੜੇ ਉਹ ਵੀ ਇਸਤਰੀ ਕਰ ਦੇਵੇ ਕਦੀ, ਉਹਨੂੰ ਕਹੋ ਕਿ ਉਹ ਤੇਰੇ ਬੂਟ ਨਹੀਂ ਕਰ ਰਹੀ ਹੈ, ਤੂੰ ਵੀ ਉਹਦੇ ਬੂਟ ਸਾਫ਼ ਕਰ ਦੇ। ਆਪਣੇ ਬੇਟਿਆਂ ਨੂੰ ਤੇ ਬੇਟੀਆਂ ਨੂੰ ਇਕੁਅਲੀ ਟਰੀਟ ਕਰੋ ਘਰ ਦੇ ਵਿੱਚ। ਅੱਛਾ, ਤੁਸੀਂ ਆਖਰ ਵਿੱਚ ਕੀ ਪੈਗਾਮ ਦੇਵੋਗੇ? ਆਖਿਰ 'ਚ ਮੇਰਾ ਤੇ ਪੈਗਾਮ ਦੋਨਾਂ ਵਾਸਤੇ ਹੈ ਵੈਸੇ ਕਿ ਦੋਵੇਂ ਅਗਰ ਪੜ੍ਹਨ ਨਾ ਤੇ ਉਹਨਾਂ ਨੂੰ ਸਿਰਫ ਡਿਗਰੀ ਹੋਲਡਰ ਨਹੀਂ ਹੋਣਾ ਚਾਹੀਦਾ, ਉਹਨਾਂ ਨੂੰ ਪ੍ਰੋਪਰ ਕੁਆਲੀਫਾਈਡ ਹੋਣਾ ਚਾਹੀਦਾ। ਤੇ ਇਸ ਵਾਸਤੇ ਕਦੀ ਆਪਣੇ ਮਫਾਦਾਤ ਦਾ ਟਕਰਾਓ ਵੀ ਇੱਕ ਦੂਸਰੇ ਨਾਲ ਨਾ ਕਰੋ। ਅੱਲਾ ਨੇ ਵੀ ਅਗਰ ਤੁਹਾਨੂੰ ਦੋ ਨੂੰ ਬਣਾਇਆ ਹੈ ਤੇ ਉਹਦੀ ਵੀ ਬੜੀ ਹਿਕਮਤ ਹੈ, ਤੇ ਲਿਹਾਜ਼ਾ ਤੁਸੀਂ ਦੋਵੇਂ ਨਾਲ ਟੁਰਨ ਵਾਸਤੇ ਬਣਾਏ ਗਏ ਹੋ, ਔਰ ਤੁਸੀਂ ਇੱਕ ਦੂਸਰੇ ਨਾਲ ਇਹਤਰਾਮ ਦੇ ਨਾਲ ਇੱਕ ਦੂਸਰੇ ਦੇ ਨਾਲ ਤੁਰੋ, ਉਹਨਾਂ ਦਾ ਪੂਰਾ ਹੱਕ ਦਿਓ ਉਹਨਾਂ ਨੂੰ ਜਿਹੜਾ ਦੇਣਾ ਚਾਹੀਦਾ, ਕਿਉਂਕਿ ਰੱਬ ਨੇ ਹੱਕ ਦਿੱਤਾ। ਜੇ ਤੁਸੀਂ ਚੁੱਪ ਕਰਕੇ ਉਹਨਾਂ ਨੂੰ ਦੇ ਦਿਓ ਤੇ ਮੇਰਾ ਖਿਆਲ ਉਹਨਾਂ ਨੂੰ ਇਹ ਐਡਾ ਇਤਜਾਜ ਵਗੈਰਾ ਕਰਨ ਦੀ ਲੋੜ ਵੀ ਨਾ ਪੜੇ। ਤੇ ਬਸ ਇਹੋ ਹੀ ਪੈਗਾਮ ਹੈ ਕਿ ਮੁਹੱਬਤ ਫਾਤਿਹ ਆਲਮ ਹੈ, ਇੱਕ ਦੂਸਰੇ ਨਾਲ ਮੁਹੱਬਤ ਕਰੋਗੇ ਤੇ ਕਦੀ ਵੀ ਕੁਝ ਨਹੀਂ ਹੋਣਾ, ਔਰ ਇਹਤਰਾਮ ਪਹਿਲੀ ਚੀਜ਼ ਹੈ। ਵਾਇਲੈਂਸ ਜਿਹੜਾ ਨਾ ਇਹ ਮਸਲਾ ਦਾ ਹੱਲ ਨਹੀਂ ਨਾਲ ਇੰਪਲੀਮੈਂਟ ਨਹੀਂ ਹੋਣਾ, ਜ਼ੋਰ ਜ਼ਬਰਦਸਤੀ ਤੇ ਇਸਲਾਮ ਵਿੱਚ ਵੀ ਇਨਕਲਾਬ ਨਾਲ ਠੀਕ ਹੋਣਾ ਹੈ। ਵਾਇਲੈਂਸ ਤੇ ਮੈਂਟਲ ਵਾਇਲੈਂਸ ਸਭ ਤੋਂ ਵਰਸਟ ਮੈਂ ਕਹਿੰਦੀ ਕਾਇੰਡ ਔਰਤਾਂ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੁੰਦੀਆਂ ਚਲੀਆਂ ਜਾਣਗੀਆਂ ਤੇ ਇਹਦੇ ਤੋਂ ਬਚ ਜਾਣਗੀਆਂ। ਤੁਹਾਡੇ ਤਿੰਨਾਂ ਦਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਵਿੱਚ ਆਉਣ ਦਾ। ਬੜੀ ਜ਼ਬਰਦਸਤ ਸਾਡੀ ਗੁਫ਼ਤਗੂ ਹੋਈ ਵੂਮਨਸ ਡੇ ਦੇ ਹਵਾਲੇ ਨਾਲ। ਤੇ ਨਾਜ਼ਰੀਨ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਨੈਕਸਟ ਟਾਈਮ ਮੈਂ ਦੁਬਾਰਾ ਹਾਜ਼ਰ ਹੋਵਾਂਗੀ। ਮੈਨੂੰ ਇਜਾਜ਼ਤ ਦਿਵੋ। ਅੱਲਾ ਹਾਫਿਜ਼।